Hi friends, this is Dr. Gajendra Pal Singh Kaler. I am a consultant interventional cardiologist at SPS Hospitals, Ludhiana. So आज ਆਪਾਂ ਗੱਲ ਕਰਾਂਗੇ coronary artery disease ਦੇ ਬਾਰੇ. So what is coronary artery disease? So we have in our heart three main coronary arteries ਜਿਹੜੀ ਕਿ ਆਪਣੇ ਹਾਰਟ ਦਾ ਜਿਹੜਾ ਮਸਲ ਹੈ ਮਾਇਓਕਾਰਡੀਅਮ ਉਹਨੂੰ ਬਲੱਡ ਸਪਲਾਈ ਕਰਦੀ ਹੈ। ਲੈਫਟ ਸਾਈਡ ਦੇ ਉੱਤੇ ਆਪਣੀ ਇੱਕ ਲੈਫਟ ਮੇਨ ਕੋਰੋਨਰੀ ਆਰਟਰੀ ਹੁੰਦੀ ਹੈ ਜਿਹੜੀ ਕਿ ਦੋ ਦੇ ਵਿੱਚ ਡਿਵਾਈਡ ਕਰ ਜਾਂਦੀ ਹੈ। ਮੇਨ ਆਰਟਰੀ ਜਿਹੜੀ ਹੁੰਦੀ ਹੈ ਜਿਹੜੀ ਆਪਣੇ ਹਾਰਟ ਦੇ ਮੇਜਰ ਹਿੱਸੇ ਨੂੰ ਸਪਲਾਈ ਕਰਦੀ ਹੈ ਉਹਨੂੰ ਅਸੀਂ ਲੈਫਟ ਐਂਟੀਰੀਅਰ ਡਿਸੈਂਡਿੰਗ ਆਰਟਰੀ ਕਹਿੰਦੇ ਹਾਂ ਤੇ ਦੂਸਰੀ ਜਿਹੜੀ ਲੈਫਟ ਸਾਈਡ ਤੇ ਆਰਟਰੀ ਹੁੰਦੀ ਹੈ ਉਹਨੂੰ ਅਸੀਂ ਲੈਫਟ ਸਰਕਮਫਲੈਕਸ ਆਰਟਰੀ ਕਹਿੰਦੇ ਹਾਂ ਤੇ ਤੀਸਰੀ ਇੱਕ ਰਾਈਟ ਕੋਰੋਨਰੀ ਆਰਟਰੀ ਹੁੰਦੀ ਹੈ ਜਿਹਨੂੰ ਆਪਾਂ RCA ਸ਼ਾਰਟ ਫਾਰਮ ਦੇ ਵਿੱਚ ਕਹਿ ਦਿੰਦੇ ਹਾਂ। ਸੋ ਇਹਨਾਂ ਦੇ ਵਿੱਚ ਆਰਟਰੀਜ਼ ਦੇ ਵਿੱਚ ਜਦੋਂ ਪਲਾਕ ਡੈਪੋਜੀਸ਼ਨ ਹੋ ਜਾਂਦਾ ਹੈ, ਪਲਾਕ ਡੈਪੋਜੀਸ਼ਨ ਦਾ ਮਤਲਬ ਹੈ ਕੋਲੇਸਟਰੋਲ ਡੈਪੋਜੀਸ਼ਨ, ਫਾਈਬਰਿਨ ਡੈਪੋਜੀਸ਼ਨ, ਪਲੇਟਲੈਟਸ ਦਾ ਮਾਸ ਬਣ ਜਾਣਾ, ਕੈਲਸ਼ੀਅਮ ਜਮ੍ਹਾਂ ਹੋ ਜਾਣਾ, ਉਹਦੇ ਕਰਕੇ ਇਸ ਆਰਟਰੀਜ਼ ਦੇ ਵਿੱਚ ਬਲੱਡ ਦਾ ਫਲੋ ਜਿਹੜਾ ਹੈ ਉਹ ਕੰਪਰੋਮਾਈਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਬਲੱਡ ਫਲੋ ਕੰਪਰੋਮਾਈਜ਼ ਹੁੰਦਾ ਹੈ ਤਾਂ ਜਿਹੜਾ ਸਾਡਾ ਮਾਇਓਕਾਰਡੀਅਮ ਹੁੰਦਾ ਹੈ, ਜਿਹੜਾ ਹਾਰਟ ਮਸਲ ਹੁੰਦਾ ਹੈ, ਉਹਨੂੰ ਜਿੰਨੀ ਰਿਕੁਆਇਰਮੈਂਟ ਹੈ ਉਹਦੇ ਅਕੋਰਡਿੰਗਲੀ ਉਹਨੂੰ ਆਕਸੀਜਨ ਔਰ ਬਲੱਡ ਸਪਲਾਈ ਔਰ ਨਿਊਟ੍ਰੀਐਂਟਸ ਨਹੀਂ ਮਿਲ ਪਾਉਂਦੇ ਤੇ ਵੈਨ ਦੈਟ ਮਾਇਓਕਾਰਡੀਅਮ ਇਜ਼ ਕੰਪਰੋਮਾਈਜ਼ਡ ਤੇ ਉਸ ਟਾਈਮ ਦੇ ਉੱਤੇ ਸਾਨੂੰ ਇਸ਼ਕੀਮੀਆ ਹੁੰਦਾ ਹੈ। ਇਸ਼ਕੀਮੀਆ ਦਾ ਜਿਹੜਾ ਮੈਨੀਫੈਸਟੇਸ਼ਨ ਹੁੰਦਾ ਹੈ ਉਹ ਇੱਕ ਕਾਰਡੀਅਕ ਪੇਨ ਜਾਂ ਫਿਰ ਐਂਜਾਈਨਾ ਦੇ ਪੇਨ ਦੇ ਵਿੱਚ ਹੁੰਦਾ ਹੈ ਜਿਹੜੇ ਕਿ ਸਾਨੂੰ ਲੈਫਟ ਸਾਈਡ ਦੇ ਉੱਤੇ ਚੈਸਟ ਦੇ ਵਿੱਚ ਪੇਨ ਹੋਣਾ ਜਿਹੜਾ ਕਿ ਰੇਡੀਏਟ ਕਰ ਸਕਦਾ ਹੈ ਸਾਡੀ ਬਾਂਹ ਦੇ ਉੱਤੇ, ਲੈਫਟ ਆਰਮ ਦੇ ਉੱਤੇ, ਬਾਇਲੇਟਰਲ ਸ਼ੋਲਡਰਸ ਦੇ ਉੱਤੇ ਵੀ ਜਾ ਸਕਦਾ ਹੈ ਔਰ ਸਾਡੇ ਜੌ ਜਿਹੜਾ ਹੈ ਜਬਾੜੇ ਤੱਕ ਵੀ ਇਹ ਪੇਨ ਰੇਡੀਏਟ ਕਰ ਸਕਦਾ ਹੈ। ਦੂਸਰੇ ਇਸ ਡਿਜ਼ੀਜ਼ ਦੇ ਜਿਹੜੇ ਸਿੰਪਟਮਸ ਹੁੰਦੇ ਨੇ ਸਾਨੂੰ ਸਾਹ ਚੜ੍ਹਨਾ, ਬ੍ਰੈਥਲੈਸਨੈਸ, ਜਿਹੜਾ ਕਿ ਆਪਾਂ ਕਦੇ ਕੁਝ ਐਕਟੀਵਿਟੀ ਸਟਾਰਟ ਕਰਦੇ ਹਾਂ ਰੂਟੀਨ ਨਾਲੋਂ ਨੋਰਮਲ ਜਿਹੜੀ ਅਸੀਂ ਐਕਟੀਵਿਟੀ ਕਰ ਰਹੇ ਸੀ ਆਪਾਂ ਸੇਮ ਐਕਟੀਵਿਟੀ ਕਰਨ ਦੇ ਨਾਲ ਜੇ ਸਾਨੂੰ ਬ੍ਰੈਥਲੈਸਨੈਸ ਹੋਣ ਲੱਗੀ ਹੈ, ਸਾਹ ਚੜ੍ਹਨ ਲੱਗ ਗਿਆ ਹੈ ਤੇ ਇਹ ਹਾਰਟ ਡਿਜ਼ੀਜ਼ ਜਾਂ ਫਿਰ ਕੋਰੋਨਰੀ ਹਾਰਟ ਡਿਜ਼ੀਜ਼ ਹੋਣ ਦੇ ਲੱਛਣ ਹੋ ਸਕਦੇ ਹਨ। ਜਾਂ ਫਿਰ ਸਾਨੂੰ ਬੈਠੇ ਬੈਠੇ ਹੀ ਛਾਤੀ ਦੇ ਵਿੱਚ ਸਡਨਲੀ ਚੈਸਟ ਪੇਨ ਉੱਠ ਗਿਆ ਜਿਹਨੂੰ ਕਿ ਅਸੀਂ ਅਨਸਟੇਬਲ ਐਂਜਾਈਨਾ ਜਾਂ ਫਿਰ ACS ਐਕਿਊਟ ਕੋਰੋਨਰੀ ਸਿੰਡਰੋਮ ਕਹਿੰਦੇ ਹਾਂ। ਇਹ ਸਿੰਪਟਮਸ ਬਹੁਤ ਹੀ ਡੇਂਜਰਸ ਨੇ ਤੇ ਅਦਰ ਸਿੰਪਟਮਸ ਹੈ ਕਿ ਸਾਨੂੰ ਅਨਈਜ਼ੀਨੈਸ ਹੋਣਾ, ਘਬਰਾਹਟ ਹੋਣਾ, ਪ੍ਰੋਫਿਊਜ਼ ਸਵੈਟਿੰਗ ਹੋ ਜਾਣਾ, ਬਹੁਤ ਜਲਦੀ ਥੱਕ ਜਾਣਾ, ਕੋਈ ਵੀ ਕੰਮ ਕਰਦੇ ਹਾਂ ਅਸੀਂ ਬਹੁਤ ਜਲਦੀ ਥੱਕ ਜਾਂਦੇ ਹਾਂ। ਕਈ ਵਾਰ ਡਾਇਬਟਿਕ ਪੇਸ਼ੈਂਟਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਨਸਾਂ ਬਹੁਤ ਕਮਜ਼ੋਰ ਹੁੰਦੀਆਂ ਨੇ, ਉਹਨਾਂ ਨੂੰ ਨਿਊਰੋਪੈਥੀ ਹੁੰਦੀ ਹੈ ਤੇ ਉਸ ਕੇਸ ਦੇ ਵਿੱਚ ਡਾਇਬਟਿਕ ਪੇਸ਼ੈਂਟਸ ਨੂੰ ਕਈ ਵਾਰ ਟਿਪੀਕਲ ਚੈਸਟ ਪੇਨ ਜਿਹੜੀ ਕਿ ਹਾਰਟ ਡਿਜ਼ੀਜ਼ ਜਾਂ ਕੋਰੋਨਰੀ ਆਰਟਰੀ ਡਿਜ਼ੀਜ਼ ਹੋਣੀ ਚਾਹੀਦੀ ਹੈ ਉਹ ਨਹੀਂ ਹੁੰਦੀ। ਉਹਨਾਂ ਸਟ੍ਰੈਟਾ ਆਫ ਪੇਸ਼ੈਂਟਸ ਦੇ ਵਿੱਚ ਜਨਰਲੀ ਬ੍ਰੈਥਲੈਸਨੈਸ ਔਰ ਸਵੈਟਿੰਗ ਦੇ ਸਿੰਪਟਮਸ ਜ਼ਿਆਦਾ ਆਉਂਦੇ ਨੇ। ਜਦੋਂ ਵੀ ਇਸ ਤਰ੍ਹਾਂ ਦੇ ਸਾਡੇ ਸਿੰਪਟਮਸ ਨੇ ਜਿਹੜੇ ਡਿਵੈਲਪ ਹੋ ਗਏ ਨੇ ਤੁਹਾਡੇ ਵਿੱਚ ਜਾਂ ਫਿਰ ਤੁਹਾਡੇ ਕਿਸੇ ਰਿਲੇਟਿਵਸ ਦੇ ਵਿੱਚ, ਸੋ ਯੂ ਸ਼ੁੱਡ ਟੇਕ ਡਾਕਟਰਸ ਐਡਵਾਈਸ ਐਂਡ ਪ੍ਰੈਫਰੇਬਲੀ ਯੂ ਸ਼ੁੱਡ ਗੋ ਟੂ ਅ ਕਾਰਡੀਓਲੋਜਿਸਟ ਜਿਹੜੇ ਕਿ ਇਸ ਬਿਮਾਰੀ ਦੀ ਮਾਹਿਰ ਹੁੰਦੇ ਨੇ। ਇਹਨਾਂ ਦੇ ਲਈ ਆਪਾਂ ਇਵੈਲੂਏਟ ਕਰਨ ਲਈ ਕੁਝ ਸ਼ੁਰੂਆਤੀ ਟੈਸਟ ਹੁੰਦੇ ਨੇ, ਕੁਝ ਬਲੱਡ ਟੈਸਟ ਹੁੰਦੇ ਨੇ, ਤੁਹਾਡਾ ਲਿਪਿਡ ਪ੍ਰੋਫਾਈਲ ਕਿਸ ਤਰ੍ਹਾਂ ਚੱਲਦੇ ਹੈ, ਬਲੱਡ ਦਾ ਵਿੱਚ ਕੋਲੇਸਟਰੋਲ ਕਿਸ ਤਰ੍ਹਾਂ ਹੈ। ਉਹਦੇ ਵਿੱਚ ਜਿਹੜਾ ਮੇਨ ਕੋਲੇਸਟਰੋਲ ਹੁੰਦਾ ਹੈ LDL ਜਿਹਨੂੰ ਆਪਾਂ ਕਹਿੰਦੇ ਹਾਂ, ਸਪੈਸ਼ਲੀ ਜਿਹੜੇ ਪੇਸ਼ੈਂਟਸ ਆਲਰੇਡੀ ਇਸ ਡਿਜ਼ੀਜ਼ ਦੇ ਉੱਤੇ ਹੁੰਦੇ ਹਨ ਉਹਨਾਂ ਦਾ ਇੱਕ ਟਾਰਗੇਟ ਲੈਵਲ ਹੁੰਦਾ ਹੈ ਲੈਸ ਦੈਨ 70 ਮਿਲੀਗ੍ਰਾਮ ਪਰ ਡੈਸੀਲੀਟਰ ਔਰ ਸਾਡਾ ਇੱਕ ਗੁੱਡ ਕੋਲੇਸਟਰੋਲ ਜਿਹਨੂੰ ਅਸੀਂ HDL ਕਹਿੰਦੇ ਹਾਂ ਦੈਟ ਸ਼ੁੱਡ ਬੀ ਵਿਦਿਨ ਦ ਨਾਰਮਲ ਰੇਂਜ। ਸੋ ਇਹੋ ਜਿਹੇ ਕੁਝ ਬਲੱਡ ਦੇ ਟੈਸਟਸ ਐਂਡ ਫਰਦਰ ਇੱਕ ECG ਹੋਣਾ, ਤੁਹਾਡਾ ਇੱਕ 2D ਏਕੋ ਜਿਹੜਾ ਕਿ ਹਾਰਟ ਦਾ ਇੱਕ ਇਮੇਜਿੰਗ ਟੈਸਟ ਹੁੰਦਾ ਹੈ ਉਹ ਸਾਨੂੰ ਹਾਰਟ ਦੇ ਮਸਲ ਦੇ ਬਾਰੇ ਦੱਸਦਾ ਹੈ। ਐਂਡ ਫਰਦਰ ਇਫ ਦ ਡਾਕਟਰ ਫੀਲਸ that if you are having a stable angina ਜਾਂ ਫਿਰ chronic stable angina class 1, class 2 ਜਾਂ class 3 ਦੇ ਵਿੱਚ ਹੋ ਤੇ ਕਈ ਵਾਰ ਉਹ ਤੁਹਾਨੂੰ ਇੱਕ ਸਟ੍ਰੈਸ ਟੈਸਟਿੰਗ ਦੇ ਵਾਸਤੇ ਐਡਵਾਈਸ ਕਰਨਗੇ ਜਿਹੜੀ ਕਿ ਕਾਰਡੀਅਕ ਸਟ੍ਰੈਸ ਟੈਸਟਿੰਗ ਹੁੰਦੀ ਹੈ। ਉਹਦਾ ਇੱਕ ਆਈਡੀਆ ਸਿਰਫ ਇਹੀ ਹੁੰਦਾ ਹੈ ਕਿ ਤੁਹਾਡੇ ਹਾਰਟ ਨੂੰ ਥੋੜ੍ਹਾ ਸਟ੍ਰੈਸ ਦੇ ਕੇ ਅਸੀਂ ਇਮੇਜਿੰਗ ਕਰਦੇ ਹਾਂ ਜਾਂ ਫਿਰ ECG ਰਿਕਾਰਡ ਕਰਦੇ ਹਾਂ ਜਿਹਦੇ ਨਾਲ ਸਾਨੂੰ ਪਤਾ ਚੱਲਦਾ ਹੈ ਕਿ when your heart is under stress ਤਾਂ ਉਸ ਫਾਰਮ ਦੇ ਵਿੱਚ ਤੁਹਾਡਾ ਹਾਰਟ ਕਿਸ ਤਰੀਕੇ ਦੇ ਨਾਲ ਬਿਹੇਵ ਕਰਦਾ ਹੈ। ਸੋ ਦੈਟ ਕੈਨ ਬੀ ਇਨ ਦ ਫਾਰਮ ਆਫ TMT ਜਿਹਨੂੰ ਕਿ ਅਸੀਂ ਇੱਕ ਟ੍ਰੈਡਮਿਲ ਟੈਸਟ ਕਹਿੰਦੇ ਹਾਂ ਔਰ ਇਟ ਕੈਨ ਬੀ ਇਨ ਦ ਫਾਰਮ ਆਫ ਅ ਸਟ੍ਰੈਸ ਏਕੋ ਜੀ ਇਹ ਆਪਾਂ ਐਕਸਰਸਾਈਜ਼ ਕਰਕੇ ਨਾਲ ਏਕੋ ਰਿਕਾਰਡ ਕਰਦੇ ਹਾਂ ਔਰ ਇਟ ਕੈਨ ਬੀ ਇਨ ਦ ਫਾਰਮ ਆਫ ਅ ਡਬਿਊਟਾਮਾਈਨ ਸਟ੍ਰੈਸ ਏਕੋ ਜਿਹਨੂੰ ਕਿ ਆਪਾਂ ਫਾਰਮਾਕੋਲੋਜੀਕਲ ਸਟ੍ਰੈਸ ਏਕੋ ਕਹਿ ਦਿੰਦੇ ਹਾਂ ਜਿਹਦੇ ਨਾਲ ਕਿ ਆਪਾਂ ਇੱਕ ਡਰਗ ਦਿੰਦੇ ਹਾਂ ਐਂਡ ਉਸ ਡਰਗ ਦੇ ਨਾਲ ਅਸੀਂ ਹਾਰਟ ਨੂੰ ਥੋੜ੍ਹਾ ਸਟ੍ਰੈਸ ਦਿੰਦੇ ਹਾਂ ਔਰ ਫਿਰ ਨਾਲ ਦੀ ਨਾਲ ਅਸੀਂ ਏਕੋ ਰਿਕਾਰਡ ਕਰਦੇ ਹਾਂ ਐਂਡ ਦੈਨ ਵੀ ਸੀ that how the heart muscle responds when the patient is under stress of a physical activity or a pharmacological stress। so ਉਹਦੇ ਨਾਲ ਸਾਨੂੰ ਅੱਛਾ ਆਈਡੀਆ ਲੱਗ ਜਾਂਦਾ ਹੈ
कि ਤੁਹਾਨੂੰ ਕੋਈ ਹਾਰਟ ਡਿਜ਼ੀਜ਼ ਹੋਣ ਦੇ ਕੋਈ ਚਾਂਸਸ ਹੈ ਜਾਂ ਨਹੀਂ ਹੈ। And if you are found to have any abnormality in these blood tests and this ECG and this cardiac imaging, then the doctor will advise you for any further investigations, which may be in the form of a coronary angiography. So coronary angiography is also two types, which is an invasive coronary angiogram ਜਿਹੜਾ ਕਿ ਅਸੀਂ cath lab 'ਚ ਲੈ ਕੇ ਜਾਂਦੇ ਹਾਂ, which can be done through two routes. Either it can be done through a radial artery, ਜਿਹੜੀ ਕਿ ਸਾਡੀ ਮੇਨ artery ਹੁੰਦੀ ਹੈ ਸਾਡੇ ਰੇਡੀਅਲ ਦੇ ਵਿੱਚ ਰਿਸਟ ਦੇ ਉੱਤੇ। we can go through this way if your radial artery is good, or we can go from the thigh, ਜਿਹਨੂੰ ਕਿ ਆਪਾਂ femoral artery ਕਹਿੰਦੇ ਆ, ਜਿਹੜੀ ਸਾਡੀ ਥਾਈ ਦੇ ਵਿੱਚੋਂ ਨਿਕਲਦੀ ਹੈ। ਉਹ ਮੋਟੀ ਆਰਟਰੀ ਹੁੰਦੀ ਹੈ ਤੇ ਉਹਦੇ ਵਿੱਚ ਅਸੀਂ ਪੰਚਰ ਕਰਕੇ ਅਸੀਂ through the catheters and the wires we can go to the heart and then do the coronary angiography, and ਉਹਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਤੁਹਾਡੀ ਹਾਰਟ ਦੇ ਵਿੱਚ ਕੋਈ ਨਾੜੀਆਂ ਦੇ ਵਿੱਚ ਕੋਈ ਬਲੋਕੇजेस ਤਾਂ ਨਹੀਂ ਹੈ। Second form of investigation is a CT coronary angiography. So ਕਈ ਲੋਕ ਬਹੁਤ ਸਾਰੇ ਲੋਕ ਆ ਕੇ ਕਹਿੰਦੇ ਨੇ ਕਿ ਅਸੀਂ CT coronary angiography ਕਰਾ ਲਈਏ ਤੇ ਅਸੀਂ ਦੂਸਰੀ ਇਨਵੇਸਿਵ ਐਂਜੀਓਗ੍ਰਾਫੀ ਨਾ ਕਰਾਈਏ। ਉਹਦੇ ਵਿੱਚ ਵੀ ਕੁਝ ਸਪੈਸੀਫਿਕ ਫਾਰਮ ਆਫ ਪੇਸ਼ੈਂਟਸ ਹੁੰਦੇ ਨੇ ਜਿਨ੍ਹਾਂ ਦੇ ਲੱਛਣ ਹੁੰਦੇ ਨੇ, ਜਿਨ੍ਹਾਂ ਦੇ ਆਧਾਰ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਕੋਈ CT ਐਂਜੀਓਗ੍ਰਾਫੀ ਦੀ ਲੋੜ ਹੈ ਜਾਂ ਫਿਰ ਇੱਕ ਇਨਵੇਸਿਵ ਕੋਰੋਨਰੀ ਐਂਜੀਓਗ੍ਰਾਫੀ ਦੀ ਲੋੜ ਹੈ। ਜਿਹੜੇ ਕਿ ਪੇਸ਼ੈਂਟਸ ਦੀ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਅ ਡਿਜ਼ੀਜ਼, ਜਿਹੜੇ ਲੱਛਣ ਇਸ ਤਰ੍ਹਾਂ ਦੇ ਨੇ ਕਿ ਬਿਮਾਰੀ ਮਿਲਣ ਦੇ ਚਾਂਸਸ ਥੋੜ੍ਹੇ ਜਿਹੇ ਘੱਟ ਨੇ, ਲੈਸ ਲਾਈਕਲੀਹੁੱਡ ਹੈਗੇ, ਉਹਨਾਂ ਦੇ ਵਿੱਚ ਅਸੀਂ ਸਕਰੀਨਿੰਗ ਦੇ ਫਾਰਮ ਦੇ ਉੱਤੇ ਇੱਕ CT ਕੋਰੋਨਰੀ ਐਂਜੀਓਗ੍ਰਾਫੀ ਐਡਵਾਈਸ ਕਰ ਸਕਦੇ ਹਾਂ। ਉਹਨਾਂ ਪੇਸ਼ੈਂਟਸ ਲਈ ਇਹ ਜ਼ਿਆਦਾ ਐਪਰੋਪਰੀਏਟ ਟੈਸਟ ਹੈ, ਕਿਉਂਕਿ CT ਕੋਰੋਨਰੀ ਐਂਜੀਓਗ੍ਰਾਫੀ ਸਿਰਫ ਇੱਕ ਡਾਇਗਨੋਸਟਿਕ ਟੈਸਟ ਹੈ, ਸਿਰਫ ਜਾਂਚ ਕਰਕੇ ਦੱਸੇਗਾ ਕਿ ਇਸ ਆਰਟਰੀਜ਼ ਦੇ ਵਿੱਚ ਕੋਈ ਬਲੋਕੇजेस ਹੈ ਜਾਂ ਨਹੀਂ ਹੈ, ਔਰ ਉਹਦੇ ਵਿੱਚ ਕੁਝ ਚਾਂਸਸ ਹੁੰਦੇ ਨੇ ਕਿ ਫਾਲਸ ਪੋਜ਼ਿਟਿਵ ਜਾਂ ਫਾਲਸ ਨੈਗੇਟਿਵ ਰਿਜ਼ਲਟਸ ਆਉਣ ਦੇ ਵੀ। ਬਟ ਜਿਹੜਾ ਇਨਵੇਸਿਵ ਐਂਜੀਓਗ੍ਰਾਮ ਹੈ ਉਹਦੇ ਵਿੱਚ ਅਸੀਂ ਨਾਲ ਤੇ ਨਾਲ ਡਾਇਗਨੋਸਿਸ ਕਰ ਸਕਦੇ ਹਾਂ, ਔਰ ਅਗਰ ਉਹਦੇ ਵਿੱਚ ਕੋਈ ਬਲੋਕੇजेस ਹੈ ਤੇ ਉਹਨੂੰ ਆਪਾਂ ਐਟ ਦ ਸੇਮ ਟਾਈਮ ਟ੍ਰੀਟ ਵੀ ਕਰ ਸਕਦੇ ਇਨ ਦਾ ਫਾਰਮ ਆਫ ਅ ਐਂਜੀਓਪਲਾਸਟੀ, ਜਿਹਨੂੰ ਕਿ ਅਸੀਂ ਸਟੈਂਟਿੰਗ ਕਹਿੰਦੇ ਹਾਂ। ਔਰ ਅਗਰ ਤੁਹਾਨੂੰ ਇਹ ਬਿਮਾਰੀ ਨਿਕਲਦੀ ਹੈ ਉਹਦੇ ਰਿਗਾਰਡਿੰਗ ਆਪਾਂ ਫਰਦਰ ਕੁਝ ਮੈਡੀਕੇਸ਼ਨਸ ਹੁੰਦੀਆਂ ਨੇ। ਜੇ ਤਾਂ ਤੁਹਾਡੀ ਬਲੋਕੇजेस ਅਰਾਊਂਡ 70% ਤੋਂ ਘੱਟ ਨੇ ਤਾਂ ਸਿਰਫ ਮੈਡੀਕੇਸ਼ਨ ਦੇ ਨਾਲ ਵੀ ਆਪਾਂ ਇਸ ਚੀਜ਼ ਦਾ ਇਲਾਜ ਕਰ ਸਕਦੇ ਹਾਂ। ਔਰ ਅਗਰ ਇਹ ਬਲੋਕੇजेस 70% ਤੋਂ ਜ਼ਿਆਦਾ ਹਨ, ਜਿਹੜੀ ਕਿ ਪਲਾਕ ਡੈਪੋਜੀਸ਼ਨ ਕਾਫੀ ਡੇਂਜਰਸ ਹੁੰਦੀ ਹੈ, ਔਰ ਜਿਹੜਾ ਆਪਣੇ ਮਾਇਓਕਾਰਡੀਅਮ ਦਾ ਜਿਹੜਾ ਫਲੋ ਹੁੰਦਾ ਹੈ ਉਹ ਕਾਫੀ ਹੱਦ ਤੱਕ ਰਿਸਟ੍ਰਿਕਟ ਹੋ ਰਿਹਾ ਹੈ, ਕੰਪਰੋਮਾਈਜ਼ ਹੋ ਰਿਹਾ ਹੈ, ਉਹਦੇ ਕਰਕੇ ਇਸ਼ਕੀਮੀਆ ਹੋ ਰਿਹਾ ਹੈ, ਸਿੰਪਟਮਸ ਹੋ ਰਹੇ ਨੇ ਚੈਸਟ ਪੇਨ, ਬ੍ਰੈਥਲੈਸਨੈਸ ਜਾਂ ਅਨਈਜ਼ੀਨੈਸ, ਤਾਂ ਫਿਰ ਉਸ ਕੇਸ ਦੇ ਵਿੱਚ ਸਾਨੂੰ ਸਟੈਂਟਿੰਗ, ਜਾਂ ਅਗਰ ਬਲੋਕੇजेस ਇੰਨੀਆਂ ਜ਼ਿਆਦਾ ਨੇ ਤਾਂ ਔਰ ਕੈਲਸੀਫਾਈਡ ਲੀਜਨਸ ਨੇ ਕਿ ਉਹਦੇ ਵਿੱਚ ਸਟੈਂਟਿੰਗ ਪੋਸੀਬਲ ਨਹੀਂ ਹੈ, ਤਾਂ ਉਸ ਕੇਸ ਦੇ ਵਿੱਚ ਅਸੀਂ CABG, ਜਿਹਨੂੰ ਅਸੀਂ ਬਾਈਪਾਸ ਸਰਜਰੀ ਦੇ ਫਾਰਮ ਦੇ ਵਿੱਚ ਜਾਣਦੇ ਹਾਂ, ਉਹ ਤੁਹਾਨੂੰ ਡਾਕਟਰਸ ਐਡਵਾਈਸ ਕਰ ਸਕਦੇ ਹਨ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਆਪਾਂ ਇਹਨਾਂ ਬਿਮਾਰੀਆਂ ਦੇ ਲੱਛਣ ਨੂੰ ਪਛਾਣੀਏ, ਉਹਦੇ ਬਾਰੇ ਜਾਣੀਏ ਤੇ ਉਹਦੇ ਬਾਰੇ ਕੀ ਆਪਾਂ ਇਨਵੈਸਟੀਗੇਸ਼ਨਸ ਕਰਾ ਸਕਦੇ ਹਾਂ, ਕਿੱਥੇ ਅਸੀਂ ਇਹ ਇਨਵੈਸਟੀਗੇਸ਼ਨਸ ਕਰਾ ਸਕਦੇ ਹਾਂ। ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਮੈਂ ਤੁਹਾਨੂੰ ਅਵੇਅਰ ਕਰਾਉਣਾ ਚਾਹੁੰਦਾ ਸੀਗਾ, ਐਂਡ ਆਈ ਐਮ ਸ਼ੋਰ ਕਿ ਤੁਹਾਨੂੰ ਇਸ ਵੀਡੀਓ ਤੋਂ ਕਾਫੀ ਜਾਣਕਾਰੀ ਮਿਲੀ ਹੋਏਗੀ ਤੇ ਆਪਾਂ ਖੁਦ ਦੀ ਸਿਹਤ ਔਰ ਆਪਣੇ ਰਿਲੇਟਿਵਸ ਔਰ ਆਪਣੇ ਨਾਲਦਿਆਂ ਦੀ ਔਰ ਫਰੈਂਡਸ ਦੀ ਸਿਹਤ ਬਾਰੇ ਆਪਾਂ ਅੱਛਾ ਕੰਮ ਕਰ ਸਕਦੇ ਹਾਂ, ਐਂਡ ਵੀ ਕੈਨ ਸੇਵ ਲਾਈਫਸ ਐਂਡ ਕੀਪ ਆਰਸੈਲਵਸ ਹੈਲਦੀ। ਸੋ ਸੇਵ ਲਾਈਫਸ, save your heart, stay healthy, do your daily exercise and take good diet. Thank you so much.